ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਸ ਨੂੰ ਕਿ UGC ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਦਰਜਾ ਪ੍ਰਾਪਤ ਹੈ, ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਬਾਣੀ ਟੀਕਾਕਾਰੀ ਦਾ ਅਧਿਐਨ ਅਤੇ ਬਾਣੀ ਵਿਆਖਿਆ ਸਿਰਲੇਖ ਅਧੀਨ ਮਿਤੀ 6/9/2020 ਤੋਂ ਮਿਤੀ 13/9/2020 ਤੱਕ 7 ਰੋਜ਼ਾ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ ਦੀ ਵਿਆਖਿਆ ਅਤੇ ਟੀਕਾਕਾਰੀ ਬਾਬਤ ਵਿਦਵਾਨਾਂ ਵੱਲੋਂ ਨਿੱਠ ਕੇ ਚਰਚਾ ਕੀਤੀ ਗਈ। ਇਸ ਵੈਬੀਨਾਰ ਵਿੱਚ ਪੰਜਾਬੀ ਦੇ ਪ੍ਰਸਿੱਧ ਚਿੰਤਕ ਅਤੇ ਲੇਖਕ ਜਸਵੰਤ ਸਿੰਘ ਜ਼ਾਫਰ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਵੈਬੀਨਾਰ ਵਿੱਚ ਬੋਲਦਿਆਂ ਟੀਕਾਕਾਰੀ ਅਤੇ ਵਿਆਖਿਆ ਬਾਬਤ ਜਸਵੰਤ ਸਿੰਘ ਜ਼ਾਫਰ ਜੀ ਵੱਲੋਂ ਕਈ ਮਹੱਤਵਪੂਰਨ ਨੁਕਤੇ ਵਿਚਾਰੇ ਗਏ। ਉਹਨਾਂ ਕਿਹਾ ਕਿ ਕਿਸੇ ਰਚਨਾ ਦੀ ਟੀਕਾਕਾਰੀ ਅਤੇ ਵਿਆਖਿਆ ਕਰਨ ਸਮੇਂ ਟੀਕਾਕਾਰ ਜਾਂ ਵਿਆਖਿਆਕਾਰ ਦਾ ਲੇਖਕ ਦੇ ਵਿਅਕਤਿਤਵ ਬਾਰੇ ਦ੍ਰਿਸ਼ਟੀਕੋਣ ਉਸ ਦੀ ਟੀਕਾਕਾਰੀ ਅਤੇ ਵਿਆਖਿਆ ਨੂੰ ਪ੍ਰਭਾਵਿਤ ਕਰਦਾ ਹੈ। ਆਓ ਸੁਣਦੇ ਹਾਂ ਜਸਵੰਤ ਸਿੰਘ ਜ਼ਾਫਰ ਜੀ ਦੇ ਵਿਚਾਰ। ਮੈਨੂੰ ਲੱਗਦਾ ਕਿ ਟੀਕਾ ਜਿਹੜਾ ਉਹਦੇ ਵਿੱਚ ਇਹ ਦੇਖਣਾ ਹੀ ਬਣਦਾ ਹੀ ਆ ਕਿ ਉਹ ਕਿਹੜੇ ਇਤਿਹਾਸਿਕ ਪ੍ਰਸੰਗ ਵਿੱਚ, ਕਿਹੜੀਆਂ ਸਥਿਤੀਆਂ ਵਿੱਚ, ਕਿਸ ਸਥਾਨ ਤੇ, ਕਿਸ ਸਮੇਂ ਤੇ ਕਿਹੜਾ ਸ਼ਬਦ ਵਰਤਿਆ ਗਿਆ, ਤਾਂ ਹੀ ਉਹਦੇ ਤੁਸੀਂ ਸਹੀ ਅਰਥ ਜਾਂ ਉਹਦੀ ਸਹੀ ਟੀਕਾਕਾਰੀ ਕਰ ਸਕੋਗੇ। ਤੇ ਵਿਆਖਿਆ ਦਾ ਮੈਨੂੰ ਲੱਗਦਾ ਕਿ ਜਿਹੜਾ ਮਨੋਰਥ ਆ ਉਹਦੀ ਉਪਯੋਗਤਾ ਪੈਦਾ ਕਰਨਾ, ਕਿ ਵਰਤਮਾਨ ਸਮੇਂ 'ਚ ਜਾਂ ਆਉਣ ਵਾਲੇ ਸਮੇਂ 'ਚ ਉਸ ਟੈਕਸਟ ਦੀ ਕੀ ਉਪਯੋਗਤਾ ਆ, ਅਸੀਂ ਉਹ ਤੋਂ ਕੀ ਰੌਸ਼ਨੀ ਲਈਏ, ਕੀ ਸੇਧ ਲਈਏ, ਕੀ ਲਾਹਾ ਲਈਏ। ਤੇ ਜਿੱਥੋਂ ਤੱਕ ਕਥਾ ਤੇ ਵਿਆਖਿਆ ਦੀ ਗੱਲ ਚੱਲਦੀ ਸੀ, ਉਹਨਾਂ ਨੇ ਨੇਗੇਟ ਨਹੀਂ ਕੀਤਾ ਕਿ ਕਥਾ ਦਾ ਕੋਈ ਮਹੱਤਵ ਨਹੀਂ ਹੈ, ਤੇ ਨਾਲ ਦੀ ਨਾਲ ਸਾਡੇ ਲਈ ਚੰਗੀਆਂ ਵਿਆਖਿਆਵਾਂ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਵਿਆਖਿਆ ਹੀ ਉਹਦੀ ਉਪਯੋਗਤਾ ਸਾਹਮਣੇ ਲਿਆਉਂਦੀ ਆ। ਤੇ ਜੇ ਉਪਯੋਗਤਾ ਨਹੀਂ ਹੈ ਤੇ ਉਹਨੂੰ ਪਵਿੱਤਰ ਮਹਾਨ ਕਹੀ ਜਾਓ ਤੇ ਉਹ ਗੱਲ ਬਣਦੀ ਨਹੀਂ। ਤੇ ਸ਼ਾਇਦ ਇਹ ਵਿਦਵਾਨਾਂ ਦਾ ਕੰਮ ਹੁੰਦਾ, ਹਰ ਦੌਰ ਦੇ ਸਿਆਣੇ ਲੋਕਾਂ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਕਿ ਉਹ ਰੌਸ਼ਨੀ ਆਮ ਲੋਕਾਂ ਤੱਕ ਉਹ ਪਹੁੰਚਾਉਣ, ਤੇ ਸ਼ਾਇਦ ਸਰੋਤ ਤੋਂ ਲੋੜਵੰਦ ਤੱਕ ਰੌਸ਼ਨੀ ਪਹੁੰਚਾਉਣਾ ਹੀ ਵਿਆਖਿਆ ਕਰਨ ਦਾ ਕੰਮ ਹੈ। ਤੇ ਵਿਆਖਿਆਕਾਰਾਂ ਦੀਆਂ ਆਪਣੀਆਂ ਸੀਮਾਵਾਂ ਵੀ ਹੁੰਦੀਆਂ, ਜਾਂ ਟੀਕਾਕਾਰਾਂ ਦੀਆਂ ਆਪਣੀਆਂ ਸੀਮਾਵਾਂ ਵੀ ਹੁੰਦੀਆਂ। ਪਹਿਲੀ ਤਾਂ ਸ਼ਾਇਦ ਇਹੀ ਹੁੰਦੀ ਹੈ ਕਿ ਸਾਡੇ ਕੋਲ ਉਸ ਟੈਕਸਟ ਦੇ ਕਰਤਾ ਦਾ ਇੱਕ ਇਮੇਜ ਹੁੰਦਾ, ਅਸੀਂ ਇੱਕ ਇਮੇਜ ਪੱਕਾ ਕੀਤਾ ਹੁੰਦਾ ਵਿਆਖਿਆਕਾਰ ਨੇ ਜਾਂ ਟੀਕਾਕਾਰ ਨੇ, ਤੇ ਉਹ ਟੈਕਸਟ ਨੂੰ ਇਸ ਤਰ੍ਹਾਂ ਹੀ ਇੰਟਰਪ੍ਰੇਟ ਕਰਦਾ ਕਿ ਜਿਹੜਾ ਉਹਨੇ ਇਮੇਜ ਬਣਾਇਆ ਉਹਦਾ ਕੋਈ ਨੁਕਸਾਨ ਨਾ ਹੋਵੇ, ਉਸ ਇਮੇਜ ਤੋਂ ਗੱਲ ਬਾਹਰ ਨਾ ਜਾਵੇ। ਤੇ ਜੇ ਉਹਨਾਂ ਨੂੰ ਲੱਗਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਇਸ ਸਥਿਤੀ 'ਚ ਡਰ ਸਕਦੇ ਨੇ, ਤਾਂ ਉਹਦੀ ਵਿਆਖਿਆ ਹੋਰ ਹੋਏਗੀ, ਉਹਦੀ ਟੀਕਾਕਾਰੀ ਹੋਰ ਹੋਏਗੀ। ਤੇ ਜੇ ਉਹ ਮੰਨਦਾ ਕਿ ਉਹ ਨਿਰਭਉ ਨੇ, ਨਿਰਵੈਰ ਨੇ, ਤੇ ਉਹਨਾਂ ਦੇ ਡਰਨ ਦਾ ਕੋਈ ਮਤਲਬ ਨਹੀਂ ਹੈ, ਤਾਂ ਉਹ ਟੈਕਸਟ ਦਾ ਹੋਰ ਵਿਆਖਿਆ ਹੋਏਗੀ, ਹੋਰ ਤਰ੍ਹਾਂ ਦਾ ਟੀਕਾ ਹੋਏਗਾ। ਤੇ ਬਹੁਤੀ ਜਿਹੜੀ ਟੀਕਾਕਾਰੀ ਜਾਂ ਵਿਆਖਿਆਕਾਰੀ 'ਚ ਇਤਿਹਾਸ ਨੂੰ ਜਿੱਥੇ ਛੋਟਾ ਕਰ ਲਿਆ ਗਿਆ, ਉੱਥੇ ਉਹ ਵਿਆਖਿਆਵਾਂ ਜਾਂ ਉਹ ਟੀਕਾਕਾਰੀਆਂ ਛੋਟੀਆਂ ਰਹਿ ਗਈਆਂ, ਜਿਨ੍ਹਾਂ ਲਈ ਗੁਰੂ ਤੇਗ ਬਹਾਦਰ ਦਾ ਇਤਿਹਾਸ ਇੰਨਾ ਕੀ ਆ ਕਿ ਉਹ ਦਿੱਲੀ ਚਾਂਦਨੀ ਚੌਕ ਸ਼ਹੀਦ ਹੋਏ ਸੀ, ਔਰੰਗਜ਼ੇਬ ਦੇ ਟਾਈਮ ਤੇ ਸ਼ਹੀਦ ਹੋਏ ਸੀ। ਉਹ ਸਾਰੀ ਵਿਆਖਿਆ ਨੂੰ ਉਸ ਇੱਕ ਘਟਨਾ ਨਾਲ ਘਟਾ ਕੇ ਦੇਖਣਗੇ, ਜਾਂ ਉਹਨਾਂ ਨੇ ਦੇਖਿਆ। ਤੇ ਇਤਿਹਾਸ ਗੁਰੂ ਸਾਹਿਬ ਨਾਲ ਬਹੁਤ ਲੰਬੇ ਸਮੇਂ ਤੋਂ ਲੈ ਕੇ ਆਇਆ, ਗੁਰੂ ਨਾਨਕ ਨੂੰ, ਗੁਰੂ ਤੇਗ ਬਹਾਦਰ ਤੱਕ ਲੰਬੇ ਸਮੇਂ 'ਚ ਦੀ ਲੰਘਾ ਕੇ ਲੈ ਕੇ ਆਇਆ। ਇਸ ਕਰਕੇ ਉਹ ਸਾਰੇ ਇਤਿਹਾਸ ਨੂੰ ਧਿਆਨ 'ਚ ਰੱਖਣਾ ਪਊਗਾ ਜੇ ਗੁਰੂ ਤੇਗ ਬਹਾਦਰ ਦੀ ਬਾਣੀ ਦਾ ਅਸੀਂ ਬਾਕੀ ਬਾਣੀ ਨਾਲ, ਗੁਰੂ ਨਾਨਕ ਮਹਾਰਾਜ ਦੀ ਬਾਣੀ ਨਾਲ ਜਾਂ ਮੂਲ ਮੰਤਰ ਨਾਲ ਸੰਬੰਧ ਜੋੜਦੇ ਹਾਂ। ਕਿਉਂਕਿ ਮੁਗਲ ਸਲਤਨਤ ਜਾਂ ਮੁਗਲ ਐਮਪਾਇਰ ਜਾਂ ਮੁਗਲ ਡਾਇਨੈਸਟੀ ਸ਼ਬਦ ਠੀਕ ਆ, ਮੁਗਲ ਡਾਇਨੈਸਟੀ ਆ ਜਿਹੜੀ, ਉਹ ਸਮਾਨਾਂਤਰ ਚੱਲਦੀ ਆ ਗੁਰੂ ਕਾਲ ਦੇ, ਤੇ ਉਹਦੇ ਵਿੱਚ ਬੜੇ ਉਤਰਾਅ ਚੜ੍ਹਾਅ ਆਉਂਦੇ ਨੇ। ਤੇ ਗੁਰੂ ਕਾਲ ਦੀਆਂ ਵੀ ਘਟਨਾਵਾਂ ਦੇ ਵਿੱਚ ਉਹਦਾ ਤਾਪਮਾਨ ਵੱਧਦਾ ਘਟਦਾ ਆ, ਤੇ ਜਾਂ ਕਹ ਲਓ ਇਹਨਾਂ ਦਾ ਇੱਕ ਦੂਜੇ ਤੇ ਇੱਕ ਕਾਊਂਟਰ ਇਫੈਕਟ ਥੋੜਾ ਜਿਹਾ ਬਹੁਤਾ ਅਸੀਂ ਦੇਖ ਸਕਦੇ ਹਾਂ, ਭਾਵੇਂ ਉਹ ਇੱਕ ਕਾਲ ਦੀ ਗੱਲ ਆ। ਤੇ ਕਿਉਂਕਿ ਅਸੀਂ ਜਦੋਂ ਉਹਨੂੰ ਟੈਕਸਟ ਨੂੰ ਉਹਦੀ ਉਤਪਤੀ ਦੀ ਗੱਲ ਕਰਨੀ ਆ, ਫਿਰ ਤਾਂ ਸਾਨੂੰ ਉਸ ਸਮੇਂ ਦਾ ਥੋੜੀ ਜਾਣਕਾਰੀ ਜ਼ਰੂਰੀ ਹੋਣੀ ਚਾਹੀਦੀ ਹੈ। ਤੇ ਜਦੋਂ ਅਸੀਂ ਉਹਦੀ ਵਿਆਖਿਆ ਉਹਦੇ ਉਪਯੋਗਤਾ ਨਾਲ ਕਰਨੀ ਹੈ, ਜੇ ਕਿਉਂਕਿ ਅਸੀਂ ਉਹਨੂੰ ਮੰਨਦੇ ਹਾਂ ਕਿ ਉਹ ਅਕਾਲੀ ਆ, ਉਹ ਸਰਬਕਾਲੀ ਆ, ਉਹਦਾ ਸਰਬ ਸਮਿਆਂ ਵਿੱਚ ਮਹੱਤਵ ਆ, ਤੇ ਉਹ ਵਿਆਖਿਆ ਨਾਲ ਸਮੇਂ ਦੀ ਵਿਆਖਿਆ ਨਾਲ ਹੀ ਪ੍ਰਗਟ ਹੋਣਾ। ਮੈਂ ਕਹਿ ਰਿਹਾ ਸੀ ਕਿ ਦੋਨੋਂ ਚੀਜ਼ਾਂ ਸੱਤਾਵਾਨਾਂ ਦੀ ਇੱਕ
ਧਿਰ ਤੇ ਦੂਜੀ ਗੁਰੂ ਕਾਲ ਜਾਂ ਸਿੱਖ ਮੂਵਮੈਂਟ ਸਮਾਨਾਂਤਰ ਚੱਲਦੀਆਂ। ਜਿਹੜਾ ਅਕਬਰ ਹੈ, ਅਕਬਰ ਬਾਰੇ ਅਸੀਂ ਜਾਣਦੇ ਹਾਂ ਕਿ ਅੱਜ ਦੀ ਜ਼ੁਬਾਨ 'ਚ ਕਹਿਣਾ ਹੋਵੇ ਤੇ ਅਕਬਰ ਬੜਾ ਸੈਕੂਲਰ ਆ, ਬੜਾ ਲਿਬਰਲ ਆ, ਤੇ ਉਹ ਗੁਰੂ ਦਰਬਾਰ 'ਚ ਵੀ ਆਉਂਦਾ ਤੇ ਗੁਰੂ ਦਰਬਾਰ ਨਾਲ, ਗੁਰੂ ਘਰ ਨਾਲ ਉਹਦਾ ਇੱਕ ਕੋਆਪਰੇਸ਼ਨ ਦਾ ਰਿਸ਼ਤਾ ਵੀ ਆ ਕਿ ਗੁਰੂ ਅਰਜਨ ਸਾਹਿਬ 66 ਫੂਲ ਆਉਂਦੇ ਆ ਤਾਂ ਉਹਦੇ ਵਿੱਚ ਅਕਬਰ ਦੀ ਜਿਹੜੀ ਆ ਉਹਦੀ ਸਪੋਰਟ ਆ, ਦੀ ਕੋਆਪਰੇਸ਼ਨ ਹੈ। ਤੇ ਉਦੋਂ ਸਾਰਾ ਗੁਰਮਤਿ ਦਾ ਪ੍ਰਚਾਰ, ਸਿੱਖ ਇੰਸਟੀਟਿਊਸ਼ਨਸ ਬੜੀਆਂ ਟਿਕਟਕਾ 'ਚ ਪੈਦਾ ਹੋ ਰਹੀਆਂ ਨੇ। ਤੇ ਜਹਾਂਗੀਰ ਜਦੋਂ ਆਉਂਦਾ ਕਿ ਜਹਾਂਗੀਰ ਆ ਜਿਹੜਾ ਉਹ ਮੁਸਲਿਮ ਫੰਡਾਮੈਂਟਲਿਸਟ ਦੇ ਦਬਾਅ 'ਚ ਆ ਜਾਂਦਾ, ਉਹਨਾਂ ਤੇ ਘਿਰ ਜਾਂਦਾ ਤੇ ਉਹਦੀਆਂ ਕੋਈ ਸਿਆਸੀ ਮਜਬੂਰੀਆਂ ਬਣ ਜਾਂਦੀਆਂ ਜਾਂ ਉਹਦਾ ਆਪਣੀਆਂ ਲੋੜਾਂ ਬਣ ਜਾਂਦੀਆਂ ਤੇ ਉਹਦਾ ਉੱਦਾਂ ਦਾ ਰਵੱਈਆ ਹੋ ਜਾਂਦਾ। ਤੇ ਅਸੀਂ ਜਾਣਦੇ ਹਾਂ ਕਿ ਸ਼ਾਹਜਹਾਨ ਦਾ ਸਮਾਂ ਥੋੜਾ ਟਿਕਟਕਾ ਦਾ ਆ। ਸ਼ਾਹਜਹਾਨ ਨੇ ਕੋਈ ਵੱਡੀਆਂ ਪੋਲੀਟੀਕਲ ਮੁਹਿੰਮਾਂ ਤੇ ਚੜਿਆ, ਵੱਡੇ ਜੰਗਾਂ ਯੁੱਧਾਂ 'ਚ ਇੰਨਾ ਇਨਵੋਲਵ ਨਹੀਂ ਹੋਇਆ ਜਿੰਨਾ ਔਰੰਗਜ਼ੇਬ ਹੋਇਆ। ਤਾਂ ਉਦੋਂ ਸਿੱਖ ਇਤਿਹਾਸ ਫੇਰ ਇੱਕ ਥੋੜੇ ਟਿਕਟਕਾ 'ਚ ਆਉਂਦਾ ਆ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਤੇ 7ਵੇਂ 8ਵੇਂ ਪਾਤਸ਼ਾਹ ਦੇ ਸਮੇਂ। ਤੇ ਔਰੰਗਜ਼ੇਬ ਸਿਖਰ ਬਣ ਜਾਂਦੀ ਆ ਮੁਸਲਿਮ ਫੰਡਾਮੈਂਟਲਿਜ਼ਮ ਦੀ, ਕਿਉਂਕਿ ਉਹ ਬਹੁਤ ਸਾਰੀਆਂ ਮੁਸਲਿਮ ਆਬਾਦੀ ਨਾਲ, ਬਹੁਤ ਸਾਰੇ ਮੁਸਲਿਮ ਘਰਾਣਿਆਂ ਨਾਲ, ਬਹੁਤ ਸਾਰੇ ਮੁਸਲਮਾਨਾਂ ਨਾਲ, ਸੂਫੀਆਂ ਨਾਲ ਉਹਦਾ ਬਹੁਤ ਕਹਿਰੀ ਕਿਸਮ ਦਾ, ਕਹਿਰ ਵਾਲਾ ਸੰਬੰਧ ਬਣ ਗਿਆ। ਤੇ ਮੁਸਲਿਮ ਕਲਰਜੀ ਨੂੰ ਖੁਸ਼ ਕਰਨਾ ਉਹਦੀ ਇੱਕ ਲੋੜ ਬਣ ਜਾਂਦੀ ਹੈ, ਉਹਦੀ ਇੱਕ ਪੋਲਿਟਿਕਸ ਬਣ ਜਾਂਦੀ ਹੈ। ਇਹ ਕਮਾਲ ਦੀ ਗੱਲ ਆ, ਅੱਜ ਕੱਲ੍ਹ ਵੀ ਜਦੋਂ ਸੱਤਾ ਨੂੰ ਥੋੜਾ ਖਤਰਾ ਹੁੰਦਾ ਤੇ ਉਹਦੇ ਲਈ ਫਿਰਕੂ ਹੋਣਾ ਉਹਦੀ ਇੱਕ ਲੋੜ ਬਣ ਜਾਂਦੀ ਆ ਤੇ ਆਊਟ ਆਫ ਪ੍ਰਪੋਰਸ਼ਨ ਉਹ ਫਿਰਕੂ ਹੋ ਜਾਂਦਾ। ਤੇ ਜਿਹੜੇ ਇਹ ਬੜਾ ਕਾਰਗਰ ਸਾਬਤ ਹੋਇਆ, ਜਹਾਂਗੀਰ ਤੋਂ ਲੈ ਕੇ ਅੱਜ ਤੱਕ ਕਾਰਗਰ ਸਾਬਤ ਹੋਈ ਜਾਂਦਾ, 47 ਤੋਂ ਬਾਅਦ ਵੀ ਹੋਈ ਜਾਂਦਾ, ਅੱਜ ਦੀ ਤਰੀਕ 'ਚ ਵੀ ਹੋਈ ਜਾਂਦਾ। ਤੇ ਇਹ ਔਰੰਗਜ਼ੇਬ ਦੀ ਇੱਕ ਲੋੜ ਬਣ ਜਾਂਦੀ ਹੈ ਤੇ ਉਹ ਲੋੜ ਗੁਰੂ ਤੇਗ ਬਹਾਦਰ ਨੂੰ ਨਜ਼ਰ ਆ ਰਹੀ ਹੈ ਕਿ ਔਰੰਗਜ਼ੇਬ ਦੀ ਕੀ ਲੋੜ ਬਣ ਗਈ। ਤੇ ਗੁਰੂ ਤੇਗ ਬਹਾਦਰ ਉਦੋਂ ਹੀ ਨਹੀਂ ਬਣਦੇ ਹਿੰਦ ਦੀ ਚਾਦਰ, ਜਾਂ ਉਦੋਂ ਹੀ ਨਹੀਂ ਉਹ ਅਦਰ ਦੈਨ ਇਸਲਾਮ ਜਿੰਨੀਆਂ ਸ਼ਕਤੀਆਂ ਨੇ ਉਹਨਾਂ ਦੇ ਬੁਲਾਰੇ ਬਣ ਜਾਂਦੇ, ਜਾਂ ਉਹਨਾਂ ਦੀ ਬਾਂਹ ਫੜਨ ਵਾਲੇ ਬਣ ਜਾਂਦੇ, ਜਾਂ ਉਹਨਾਂ ਦੇ ਆਈਕਨ ਬਣ ਜਾਂਦੇ ਜਦੋਂ ਸ਼ਹੀਦ ਹੁੰਦੇ ਆ। ਉਹ ਕਸ਼ਮੀਰੀ ਪੰਡਤਾਂ ਦੇ ਆਉਣ ਤੋਂ ਪਹਿਲਾਂ ਬਣ ਚੁੱਕੇ ਕਿ ਕਿਉਂਕਿ ਜਿਹੜੀ ਪੋਲਰਾਈਜੇਸ਼ਨ ਆ, ਜਿਹੜੀ ਉਲਾਰਤਾ ਆ, ਇਸਲਾਮਿਕ ਉਲਾਰਤਾ ਆ ਸੱਤਾ ਤੇ ਧਰਮ ਦੀ, ਉਹ ਬਹੁਤ ਇੱਕ ਪਸੜ ਹੋ ਗਈ। ਇਹਨੂੰ ਅਸੀਂ ਭਾਸ਼ਾ 'ਚ ਵੀ ਦੇਖ ਸਕਦੇ ਹਾਂ ਕਿ ਗੁਰੂ ਨਾਨਕ ਮਹਾਰਾਜ ਦੀ ਬਾਣੀ ਦੇ ਵਿੱਚ ਫਾਰਸੀ ਤੋਂ ਜਾਂ ਕਹ ਲਓ ਇਸਲਾਮਿਕ ਵੋਕੈਬਲਰੀ ਤੋਂ ਸ਼ਾਇਦ ਕਹਿੰਦੇ 20-25% ਸ਼ਬਦ ਹੈਗੇ ਆ। ਤੇ ਜਿਹੜੀ ਕਿ ਪਹਿਲੀ ਬਾਣੀ ਆ ਗੁਰੂ ਨਾਨਕ ਸਾਹਿਬ ਦੀ ਜਪਜੀ ਦੇ ਵਿੱਚ, ਤੇ ਆਖਰੀ ਬਾਣੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਉਹਨੂੰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਮੰਨਦੇ ਹਾਂ, ਤੇ ਉਹਦੇ ਵਿੱਚ ਅਰਬੀ ਫਾਰਸੀ ਦਾ ਸ਼ਾਇਦ ਹੀ, ਇਸਲਾਮਿਕ ਵੋਕੈਬਲਰੀ ਦਾ ਸ਼ਾਇਦ ਹੀ 1 ਜਾਂ 2 ਸ਼ਬਦ ਹੀ ਰਹਿ ਜਾਂਦੇ ਆ। ਤੇ ਇਸ ਕਰਕੇ ਜਿਹੜਾ ਪੋਲੀਟੀਕਲ ਉਲਾਰਤਾ ਪੈਦਾ ਹੁੰਦੀ ਹੈ ਜਾਂ ਕਮਿਊਨਲ ਉਲਾਰਤਾ ਪੈਦਾ ਹੁੰਦੀ ਹੈ, ਤੇ ਸਾਡੇ ਵਾਲੇ ਪਾਸੇ ਉਹਦੀ ਇੱਕ ਕਾਊਂਟਰ ਉਲਾਰਤਾ ਆਉਂਦੀ ਹੈ, ਉਹਨੂੰ ਕਾਊਂਟਰ ਕਰਨ ਲਈ, ਤੇ ਜਿਹੜੀ ਸ਼ਹੀਦੀ ਤੱਕ ਪਹੁੰਚ ਜਾਂਦੀ ਹੈ। ਮੈਨੂੰ ਬੜਾ ਇੱਕ ਮੈਂ ਫਿਕਰਾ ਕਿਸੇ ਆਰਟੀਕਲ 'ਚ ਪੜ੍ਹਿਆ ਸੀ ਸਰਜੀਤ ਸਿੰਘ, ਡਾਕਟਰ ਸਰਜੀਤ ਹਾਂਸ ਦਾ, ਬਹੁਤ ਸਮਾਂ ਪਹਿਲਾਂ, ਮੈਨੂੰ ਯਾਦ ਨਹੀਂ ਕਿਹੜੀ ਕਿਤਾਬ 'ਚ। ਉਹ ਕਹਿੰਦੇ ਵੀ ਇਸ ਸਥਿਤੀ ਦੇ ਵਿੱਚ, ਔਰੰਗਜ਼ੇਬ ਦੇ ਸਮੇਂ ਦੀ ਰਾਜਸੀ ਸਥਿਤੀ ਦੇ ਵਿੱਚ, ਗੁਰੂ ਤੇਗ ਬਹਾਦਰ ਕੋਲ ਜੋ ਵੱਡੀ ਤੋਂ ਵੱਡੀ ਉਸ ਸਥਿਤੀ ਨੂੰ ਅਰਪਣ ਕਰਨ ਵਾਲੀ ਚੀਜ਼ ਆ, ਉਹ ਸ਼ਹੀਦੀ ਆ, ਆਪਣੀ ਜਾਨ ਹੈ। ਤੇ ਉਸੇ ਸਥਿਤੀ ਵਿੱਚ ਔਰੰਗਜ਼ੇਬ ਦਾ ਉਸ ਸ਼ਹੀਦੀ ਤੋਂ ਬਿਨਾਂ ਸਰਦਾ ਨਹੀਂ। ਉਹਦੇ ਲਈ ਅਨਿਵਾਰੀ ਹੈ, ਉਹਦੇ ਲਈ ਜ਼ਰੂਰੀ ਹੈ, ਉਹਦੇ ਲਈ ਕੰਪਲਸਰੀ ਹੈ। ਤੇ ਇਹਨਾਂ ਗੱਲਾਂ ਦਾ ਦੋਨਾਂ ਧਿਰਾਂ ਨੂੰ ਪਤਾ ਹੈ। ਇਸ ਕਰਕੇ ਜਿਹੜੀਆਂ ਅਸੀਂ ਸ਼ਹੀਦੀ ਨਾਲ ਜੁੜੇ ਹੋਏ ਸ਼ਲੋਕਾਂ ਨੂੰ ਦੇਖਦੇ ਹਾਂ ਤੇ ਕਿ ਉਹ ਦਿੱਲੀ ਹੀ ਉਚਾਰੇ ਗਏ, ਉਹਦੀ ਬਜਾਏ ਉਸ ਪੂਰੇ ਪੈਰਾਡਾਈਮ 'ਚ ਉਚਾਰੇ ਗਿਆ ਜਿਹੜਾ ਗੁਰੂ ਸਾਹਿਬ ਦੇ ਜੀਵਨ ਕਾਲ ਦੇ ਵਿੱਚ ਸਥਾਪਿਤ ਹੋ ਗਿਆ, ਜਿਹੜਾ ਪੈਦਾ ਹੋ ਗਿਆ। ਤੇ ਜੇ ਦਿੱਲੀ ਉਤਾਰੇ ਜਾਂਦੇ, ਫਿਰ ਮਹਾਰਾਜ ਕਦੇ ਨਾ ਕਹਿੰਦੇ ਕਿ ਸੰਗ ਸਖਾ ਸਭ ਤਜ ਗਏ, ਕੋਈ ਨਾ ਨਿਭਿਓ ਸਾਥ, ਕਿ ਕੋਈ ਨਹੀਂ ਰਿਹਾ। ਜਾਂ ਮੈਂ ਹੁਣੇ ਨੋਟ ਕਰ ਰਿਹਾ ਸੀ ਕਿ ਨਿਜ ਕਰ ਦੇਖਿਓ ਜਗਤ ਮੈਂ
ਕੋ ਕਾਹੂ ਕੋ ਨਾਹੀ, ਕਿ ਅੰਤਮ ਸਮੇਂ ਕੋਈ ਨਹੀਂ ਸਾਥ ਦਿੰਦਾ। ਤੇ ਗੁਰੂ ਸਾਹਿਬ ਨੇ ਇਤੋਂ, ਮੈਂ ਜੇ ਇਹਨੂੰ ਪਿਛਲੇ ਸਮੇਂ 'ਚ ਜਾ ਕੇ ਦੇਖੀਏ ਤਾਂ ਇਹ ਆਪਣੀ ਸ਼ਹੀਦੀ ਲਈ ਇਸ ਤਰ੍ਹਾਂ ਤਿਆਰ ਕਰ ਲਿਆ ਸੀ ਕਿ ਉਹ ਇਸ ਸਥਿਤੀ ਲਈ ਵੀ ਤਿਆਰ ਸੀ ਜਦੋਂ ਉਹਨਾਂ ਦਾ ਕਿਸੇ ਨੇ ਸਾਥ ਨਹੀਂ ਦੇਣਾ, ਜਦੋਂ ਇੱਕ ਵੀ ਬੰਦਾ ਉਹਨਾਂ ਦੇ ਨਾਲ ਨਹੀਂ ਰਹਿਣਾ। ਪਰ ਅਸੀਂ ਇਤਿਹਾਸਿਕ ਤੌਰ ਤੇ ਜਾਣਦੇ ਹਾਂ ਕਿ ਉਹਨਾਂ ਦੇ ਨਾਲ ਨਿਭੇ ਬੰਦੇ, ਬਹੁਤ ਜ਼ਿਆਦਾ ਚੰਗੀ ਤਰ੍ਹਾਂ ਨਿਭੇ, ਆਪਣੀਆਂ ਕੋਹ ਕੇ ਜਾਨਾਂ ਗਵਾਉਣ ਵਾਲੇ ਤਰੀਕਿਆਂ 'ਚ ਹੀ ਲੰਘਣ ਤੱਕ ਨਿਭੇ, ਤੇ ਉਹਨਾਂ ਦੇ ਸ਼ਹੀਦੀ ਘਟਨਾ ਵਾਪਰਨ ਤੋਂ ਬਾਅਦ ਵੀ ਨਿਭੇ। ਤੇ ਪਹਿਲਾਂ ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਨਿਭੇ, ਤੇ ਬਾਅਦ 'ਚ ਲੱਖੀ ਸ਼ਾਹ ਬਣਜਾਰਾ ਨਿਭਿਆ, ਭਾਈ ਜੈਤਾ ਨਿਭਿਆ। ਇਸ ਕਰਕੇ ਕਿਉਂਕਿ ਉਹ ਟੀਕਾਕਾਰ ਜਾਂ ਉਹ ਵਿਆਖਿਆਕਾਰ ਗੁਰੂ ਤੇਗ ਬਹਾਦਰ ਦੇ ਇਤਿਹਾਸ ਨੂੰ ਜਾਣਦੇ ਹੀ ਇੰਨਾ ਕਿਹਾ ਕਿ ਉਹ ਸ਼ਹੀਦ ਹੋਏ ਸੀ, ਤੇ ਇਸ ਕਰਕੇ ਉਹਨਾਂ ਨੇ ਉਸ ਘਟਨਾ ਤੋਂ ਪੈਦਾ ਹੋਈ ਸ਼ਲੋਕ ਮੰਨ ਲਏ। ਤੇ ਪਰ ਜਦੋਂ ਅਸੀਂ ਪੂਰੇ ਪੈਰਾਡਾਈਮ ਨੂੰ ਦੇਖਦੇ ਹਾਂ, ਪੂਰੇ ਇਤਿਹਾਸਿਕ ਸੰਦਰਭ ਨੂੰ ਦੇਖਦੇ ਹਾਂ, ਪਿੱਛੋਂ ਜਿਹੜਾ ਤੁਰਿਆ ਆਉਂਦਾ ਮੁਗਲ ਸਲਤਨਤ ਨਾਲ ਜੁੜਿਆ ਹੋਇਆ ਤੇ ਉੱਧਰ ਗੁਰਮਤ ਦੇ ਵਿਕਾਸ ਨਾਲ ਜੁੜਿਆ ਹੋਇਆ, ਫਿਰ ਸਾਨੂੰ ਇਹਦੀ ਹੋਰ ਤਰ੍ਹਾਂ ਸਮਝ ਆਉਂਦੀ ਹੈ। ਤੇ ਸਾਨੂੰ ਕੋਈ ਹਰਜ ਨਹੀਂ ਜੇ ਕੋਈ ਕਹਿੰਦਾ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਲਿਖੇ ਹੋਏ ਸ਼ਲੋਕ ਨੇ, ਕੋਈ ਗੱਲ ਨਹੀਂ। ਤੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਸਾਰੀ ਲੁਕਾਈ ਲਈ ਪ੍ਰਗਟ ਕਰਤੇ, ਸਾਡੇ ਸਾਰਿਆਂ ਦੇ ਸਾਹਮਣੇ ਰੱਖ ਦਿੱਤੇ। ਇਹਦਾ ਮਤਲਬ ਇਹ ਸਾਡੇ ਸਾਰਿਆਂ ਲਈ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਉਹਨਾਂ ਨੂੰ ਦਿੱਤੇ ਵੀ ਤਾਂ ਉਹਨਾਂ ਨੂੰ ਕੋਈ ਲੁਕੋ ਕੇ ਰੱਖਣ ਲਈ ਨਹੀਂ ਦਿੱਤੇ, ਉਹਨੂੰ ਸਾਰੇ ਜਗਤ ਦੇ ਸਾਹਮਣੇ ਉਹਨਾਂ ਦੀ ਰੌਸ਼ਨੀ ਲਿਆਉਣ ਲਈ ਦਿੱਤੇ, ਜਿਹੜਾ ਕਿ ਹੋਇਆ। ਇਸ ਕਰਕੇ ਹੁਣ ਸਾਡੇ ਲਈ ਇਹਦੇ ਚੋਂ ਆਪਣੇ ਜੀਵਨ ਲਈ, ਆਪਣੇ ਸਮਕਾਲ ਲਈ ਜਾਂ ਆਪਣੇ ਭਵਿੱਖ ਲਈ ਰੌਸ਼ਨੀ ਲੱਭਣ ਦਾ ਤਰੱਦਦ ਕਰਨਾ ਤਾਂ ਬਣਦਾ ਹੀ ਆ। ਪਰ ਅਸੀਂ ਦੇਖਦੇ ਹਾਂ ਕਿ ਜਿਵੇਂ ਜਪਜੀ ਸਾਹਿਬ ਤੇ ਬਹੁਤ ਟੀਕੇ ਹੋਏ, ਅਣਗਿਣਤ ਟੀਕੇ ਹੋਏ, 15-20 ਤਾਂ ਮੈਂ ਵੀ ਜਾਣਦਾ। ਪ੍ਰਭਾ ਭਾਵੇ ਦਾ ਟੀਕਾ, ਆਚਾਰੀਆ ਰਜਨੀਸ਼ ਦਾ ਟੀਕਾ, ਬਹੁਤ ਸਾਰੇ ਕਥਾਵਾਚਕਾਂ ਦੇ ਟੀਕੇ ਆ, ਗਿਆਨੀ ਸੰਤ ਸਿੰਘ ਮਸਕੀਨ ਦਾ ਟੀਕਾ ਆ, ਕੁਛ ਲੋਕਲ ਲੈਵਲ ਤੇ ਕੋਈ ਸੰਗਤਾਂ ਦੇ ਗੁਰਦੁਆਰਿਆਂ ਦੀਆਂ ਸੁਸਾਇਟੀਆਂ ਦੇ ਕੀਤੇ ਹੋਏ ਟੀਕੇ ਵੀ ਮੈਂ ਦੇਖੇ। ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਮੁੱਚੇ ਟੀਕੇ ਨੇ ਜਿਹੜੇ, ਉਹਦੇ ਵਿੱਚ ਤਾਂ ਉਹ ਹੈਗੇ ਨੇ, ਜਿਵੇਂ ਫਰੀਦਕੋਟੀਆਂ ਦਾ ਟੀਕਾ ਜਾਂ ਸਾਹਿਬ ਸਿੰਘ ਦਾ ਟੀਕਾ। ਤੇ ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਬਹੁਤੇ ਟੀਕੇ ਵੱਖਰੇ ਤੌਰ ਤੇ ਨਹੀਂ ਮਿਲਦੇ। ਉਹਦੇ ਸ਼ਾਇਦ ਮੁੱਖ ਕਾਰਨ ਇਹ ਹੈ ਕਿ ਅਸੀਂ ਉਹਨਾਂ ਨੂੰ ਬਾਣੀ ਨੂੰ ਬਹੁਤ ਸਰਲ ਕਹਿੰਦੇ ਹਾਂ, ਬਹੁਤ ਸੌਖੀ ਸਮਝਾਉਣ ਵਾਲੀ ਆ। ਇਹ ਗੱਲ ਠੀਕ ਹੈ ਕਿ ਬਾਣੀ ਬਹੁਤ ਸਰਲ ਆ, ਕਿਉਂਕਿ ਗੁਰੂ ਤੇਗ ਬਹਾਦਰ ਪ੍ਰਚਾਰਕ ਦੇ ਤੌਰ ਤੇ ਬਹੁਤ ਲੰਬੇ ਭੂਗੋਲਿਕ ਖੇਤਰ ਵਿੱਚ ਵਿਚਰੇ। ਗੁਰੂ ਨਾਨਕ ਮਹਾਰਾਜ ਤੋਂ ਬਾਅਦ ਜਿਹੜੀ 9ਵੀਂ ਪਾਤਸ਼ਾਹੀ ਆ, ਉਹ ਜ਼ਿਆਦਾ ਉਹਨਾਂ ਦਾ ਭਰਮਣ ਹੋਇਆ ਬਾਕੀ ਪਾਤਸ਼ਾਹੀਆਂ ਨਾਲੋਂ, ਪ੍ਰਚਾਰ ਦੇ ਲਿਹਾਜ਼ ਨਾਲ ਭੂਗੋਲਿਕ ਖੇਤਰ 'ਚ ਵੱਧ ਵਿਚਰੇ ਨੇ। ਪੂਰਾ ਨਾਰਥ ਈਸਟ ਨਹੀਂ ਦੇਖਿਆ, ਗਾਇਆ ਹੋਇਆ ਅਸਾਮ ਪੂਰਾ ਗਾਇਆ, ਪੂਰਾ ਨਾਰਥ ਈਸਟ, ਪੂਰਾ ਲਗਭਗ ਬੰਗਾਲ, ਬਿਹਾਰ ਤਾਂ ਅਸੀਂ ਜਾਣਦੇ ਹਾਂ। ਤੇ ਇਸ ਕਰਕੇ ਉਹ ਸਿੱਖੀ ਪ੍ਰਚਾਰਕ ਦੇ ਤੌਰ ਤੇ ਵਿਚਰੇ, ਗੁਰੂ ਨਾਨਕ ਦਾ ਸੰਦੇਸ਼ ਫੈਲਾਉਣ ਦੇ ਉਦੇਸ਼ ਨਾਲ ਵਿਚਰੇ, ਗੁਰੂ ਨਾਨਕ ਦੀ ਗੱਲ ਸਮਝਾਉਣ ਦੇ ਉਦੇਸ਼ ਨਾਲ ਵਿਚਰੇ। ਇਸ ਕਰਕੇ ਉਹਨਾਂ ਦੀ ਬਾਣੀ 'ਚ ਇੱਕ ਪ੍ਰਚਾਰਕ ਵਾਲਾ ਮੁਹਾਵਰਾ ਆਮ ਹੈਗਾ, ਜਿਵੇਂ ਕਿ ਕਹੁ ਨਾਨਕ ਸੁਣ ਰੇ ਮਨਾ, ਜਾਂ ਕਹੁ ਨਾਨਕ ਹਰ ਭਜ ਮਨਾ। ਇਹ ਪ੍ਰਚਾਰ ਦੀ ਸ਼ੈਲੀ। ਤੇ ਪ੍ਰਚਾਰਕ ਲਈ ਇਹ ਜ਼ਰੂਰੀ ਹੁੰਦਾ ਕਿ ਉਹ ਸਰਲ ਰਹੇ, ਲੋਕਾਂ ਨੂੰ ਸਮਝ ਆਉਣ ਵਾਲੀ ਭਾਸ਼ਾ 'ਚ ਗੱਲ ਕਰੇ, ਜਾਂ ਉਹਨਾਂ ਦੇ ਆਮ ਪ੍ਰਚਲਿਤ ਛੰਦਾਂ ਵਿੱਚ ਗੱਲ ਕਰੇ। ਦੋਹਰਾ ਬਹੁਤ ਪ੍ਰਚਲਿਤ ਛੰਦ ਆ। ਤੇ ਪਰ ਇਹਦਾ ਨੁਕਸਾਨ ਇਹ ਹੋ ਜਾਂਦਾ ਕਿ ਉਹਨੂੰ ਫਿਰ ਵਿਆਖਿਆਕਾਰ ਇਹਦੇ ਤੇ ਬਹੁਤਾ ਕੰਮ ਕਰਨ ਦੀ, ਬਹੁਤਾ ਮਿਹਨਤ ਕਰਨ ਦਾ ਹੀ ਦੇ ਰਸਤੇ ਨਹੀਂ ਪੈਂਦੇ। ਉਹਨਾਂ ਨੂੰ ਲੱਗਦਾ ਗੱਲ ਸਮਝ ਹੀ ਆ ਰਹੀ ਹੈ, ਪਰ ਉਹ ਗੱਲ ਜੇ ਜ਼ਿਆਦਾ ਸਰਲ ਆ ਤਾਂ ਇਹਦਾ ਮਤਲਬ ਮੈਨੂੰ ਤਾਂ ਲੱਗਦਾ ਉੱਤੇ ਜ਼ਿਆਦਾ ਮਿਹਨਤ ਦੀ ਲੋੜ ਹੈ। ਉਹਦੀ ਸਰਬ ਕਾਲਕਤਾ ਪੈਦਾ ਕਰਨ ਲਈ, ਉਹਦੀ ਜੁਗੋ ਜੁਗ ਅਟਲਤਾ ਬਣਾਉਣ ਲਈ ਉਹਦੀ ਚੋਂ ਜ਼ਿਆਦਾ ਬਰੀਕ ਅਰਥ ਤਲਾਸ਼ਣ ਦੀ ਲੋੜ ਆ। ਮੇਰੇ ਖਿਆਲ ਉਹ ਕੰਮ ਗੁਰੂ ਤੇਗ ਬਹਾਦਰ ਦੀ ਬਾਣੀ ਦੇ ਸੰਬੰਧ 'ਚ ਵਿਆਖਿਆ ਦੇ ਪੱਧਰ ਤੇ ਨਹੀਂ ਹੋਇਆ। ਮੈਂ ਦੇਖ ਰਿਹਾ ਸੀ ਕਿ ਜਿਵੇਂ ਪ੍ਰਚਾਰਕ ਲਈ ਭਾਸ਼ਾ ਦਾ ਸਰਲ ਹੋਣਾ ਜ਼ਰੂਰੀ ਆ ਜਾਂ ਹੁੰਦਾ ਆ, ਉੱਥੇ ਦੁਹਰਾਓ ਵੀ ਹੁੰਦਾ। ਪ੍ਰਚਾਰਕ ਦੀ ਗੱਲ ਵਿੱਚ, ਪ੍ਰਚਾਰ ਦੇ ਵਿੱਚ ਦੁਹਰਾਓ ਵੀ ਹੁੰਦਾ। ਅਸੀਂ ਜਦੋਂ ਗੁਰੂ ਦੀਆਂ ਬਾਤਾਂ ਅਸੀਂ ਕਰਦੇ ਹਾਂ ਤਾਂ ਅਸੀਂ ਆਪਣੀ ਬਹੁਤ ਕੀਤੀਆਂ ਹੋਈਆਂ ਗੱਲਾਂ ਨੂੰ ਦੁਬਾਰਾ ਕਰਦੇ ਹਾਂ। ਤੇ ਸਮੁੱਚੀ ਗੁਰਬਾਣੀ ਵਿੱਚ ਵੀ ਦੁਹਰਾਓ ਬਹੁਤ ਆ।
ਤੇ ਕਿਉਂਕਿ ਉਹ ਗੱਲਾਂ ਗੁਰੂ ਦੇ ਮੁਤਾਬਕ ਬਾਰ-ਬਾਰ ਦੱਸੀਆਂ ਸਮਝਾਈਆਂ ਜਾਣੀਆਂ ਚਾਹੀਦੀਆਂ। ਪਰ ਗੁਰੂ ਤੇਗ ਬਹਾਦਰ ਦੇ ਸ਼ਲੋਕ ਬਹੁਤ ਨੇੜੇ ਨੇੜੇ ਪਏ ਆ, ਤਾਂ ਇਹਦੇ ਬਾਵਜੂਦ ਉਹਨਾਂ 'ਚ ਦੁਹਰਾਓ ਹੈਗੇ ਆ, ਤੇ ਉਹ ਦੁਹਰਾਓ ਇੰਨੇ ਮੈਨੂੰ ਨਹੀਂ ਹੈ। ਉਹਨਾਂ 'ਚ ਮਾਮੂਲੀ ਜੇ ਕਿਤੇ ਨਾ ਕਿਤੇ ਲਫ਼ਜ਼ ਦਾ ਭੇਦ ਹੈ। ਉਹ ਭੇਦ ਜ਼ਰੂਰ ਵਿਆਖਿਆਕਾਰਾਂ ਨੂੰ ਸਮਝਾਉਣੇ ਚਾਹੀਦੇ ਆ ਕਿ ਉਹਦੇ ਨਾਲ ਗੱਲ ਕਿੱਥੇ ਬਦਲਦੀ ਆ। ਇਹਦਾ ਮਤਲਬ ਬਾਤ ਬਰੀਕ ਆ, ਜਾਂ ਜਿੱਦਾਂ ਤੀਜੇ ਤੇ 10ਵੇਂ ਸ਼ਲੋਕ ਤੇ ਦੂਜੀ ਸਤਰ ਆ ਜਿਹੜੀ, ਉਹ ਬਹੁਤ ਮਿਲਦੀ ਜੁਲਦੀ ਆ। ਕਹੋ ਨਾਨਕ ਭਜ ਹਰ ਮਨਾ ਔਤ ਜਾਤ ਹੈ ਬੀਤ, ਤੇ ਜਾਂ 10ਵੇਂ ਚ ਹੈਗਾ ਕਹੋ ਨਾਨਕ ਸੁਣ ਰੇ ਮਨਾ ਔਤ ਘਟਤ ਹੈ ਨੀਤ। ਹੁਣ ਮੋਟੀ ਨਜ਼ਰੇ ਇਹ ਸਿੱਧੀ ਸਮਝ ਆਉਂਦੀ ਗੱਲ ਹੈ, ਪਰ ਇਹਦੇ ਵਿੱਚ ਔਤ ਦੋ ਤਰ੍ਹਾਂ ਦੀ ਹੈ। ਇੱਕ ਵਿੱਚ ਹੈਗੀ ਆ ਕਿ ਔਤ ਜਾਤ ਹੈ ਬੀਤ, ਕਿ ਉਮਰ ਲੰਘ ਰਹੀ ਹੈ। ਦੂਜੀ ਹੈਗੀ ਔਤ ਘਟਤ ਹੈ ਨੀਤ। ਤੇ ਜਿਹੜੀ ਜਾਤ ਹੈ ਬੀਤ ਹੈ, ਇਹਦਾ ਮਤਲਬ ਤੁਹਾਡੀ ਪ੍ਰੈਜ਼ੈਂਟ ਆ, ਜਾਂ ਹੁਣ ਤੱਕ ਜਿਹੜੀ ਬੀਤੀ ਆ ਉਹ ਆ। ਜਿਹੜੀ ਘਟਤ ਨੀਤ ਹੈ ਉਹ ਜਿਹੜੀ ਆਉਣ ਵਾਲੀ ਹੈ। ਤੇ ਇਹਦਾ ਮਤਲਬ ਜਿਹੜਾ ਸ਼ਲੋਕ ਦਾ ਪਹਿਲਾ ਹਿੱਸਾ ਆ, ਉਹਦੇ ਵਿੱਚ ਸਮਝਣ ਵਾਲੀ ਰਮਦ ਵਿੱਚ ਕੋਈ ਫਰਕ ਆ। ਪਹਿਲੇ ਚ ਹੈਗਾ ਤਰਨਾ ਪੋ ਇਉਂ ਹੀ ਗਿਓ ਲਿਓ ਜਰਾ ਤਨ ਜੀਤ, ਤੇ ਦੂਜਾ ਹੈਗਾ ਜੈ ਸਿਮਰਤ ਗਤ ਪਾਈਏ ਤੈ ਭਜ ਲੈ ਤੈ ਮੀਤ। ਹੁਣ ਇਹਨਾਂ ਨੂੰ ਬਹੁਤ ਜਿਹੜੀ ਦੂਜਾ ਭਾਗ ਆ, ਉਹਦੇ ਵਿੱਚ ਜਿਹੜਾ ਫਰਕ ਆ, ਉਹਦੀ ਰੋਸ਼ਨੀ ਵਿੱਚ ਇਹਨਾਂ ਦੀ ਵਿਆਖਿਆ ਬਹੁਤ ਗਹਿਰਾਈ ਦੀ ਮੰਗ ਕਰਦੀ ਹੈ। ਤੇ ਸ਼ਾਇਦ ਜਾਂ ਮੈਂ ਕਹਿ ਲਾ ਕਿ ਇਹ ਬਾਣੀ ਬਹੁਤ ਜ਼ਿਆਦਾ ਮਿਹਨਤ ਮੰਗਦੀ ਆ ਵਿਆਖਿਆ ਦੇ ਪੱਧਰ ਤੇ, ਜਦ ਕਿ ਸਾਡੇ ਵਿਆਖਿਆਕਾਰਾਂ ਨੂੰ ਲੱਗਦਾ ਕਿ ਘੱਟ ਮਿਹਨਤ ਦੀ ਲੋੜ ਹੈ, ਤੇ ਉਹਨਾਂ ਨੇ ਜਾਂ ਕਹਿ ਲਓ ਲੋੜ ਹੀ ਨਹੀਂ ਬਹੁਤੀ, ਉਨੀ ਲੋੜ ਨਹੀਂ ਸਮਝੀ ਗਈ ਜਿੰਨੀ ਸੰਕੇਤਕ ਬਾਣੀ ਲਈ ਸਮਝੀ ਗਈ। ਜਿਸ ਤਰ੍ਹਾਂ ਜਪ ਬਾਣੀਆਂ ਜਿਹਨੂੰ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ, ਜਿਵੇਂ ਤਜਣ ਨਾਲ ਸੰਬੰਧ ਆ, ਛੱਡਣ ਨਾਲ ਉਹਨਾਂ ਦੇ 4 ਸ਼ਲੋਕ ਇਕੱਠੇ ਆ ਕੀ ਕੀ ਛੱਡਣਾ ਚਾਹੀਦਾ। ਜੈ ਵਿਖਿਆ ਸਗਲੀ ਤਜੀ, ਜੈ ਮਾਇਆ ਮਮਤਾ ਤਜੀ, ਜੈ ਪ੍ਰਾਨੀ ਹਉਮੈ ਤਜੀ, ਜੋ ਪ੍ਰਾਨੀ ਮਮਤਾ ਤਜੇ ਲੋਭ ਮੋਹ ਹੰਕਾਰ। ਇਹ ਅਲੱਗ-ਅਲੱਗ ਚੀਜ਼ਾਂ ਤਜਣ ਦੀ ਗੱਲ ਆ, ਤੇ ਇਹ ਛੱਡਣੀਆਂ ਚਾਹੀਦੀਆਂ। ਦੂਜੇ ਪਾਸੇ ਇਹਦਾ ਮਤਲਬ ਇਹ ਵੱਖਰੀਆਂ ਚੀਜ਼ਾਂ ਤਜਣ ਦੀ ਬਾਤ ਆ, ਤੇ ਦੂਜੇ ਪਾਸੇ ਵਾਲੀ ਸ਼ਲੋਕ ਦੇ ਦੂਜੇ ਅੱਧ ਵਿੱਚ ਜਿਹੜੀਆਂ ਗੱਲਾਂ ਹੋਈਆਂ, ਉਹਨਾਂ ਨੂੰ ਜ਼ਿਆਦਾ ਗਹਿਰਾਈ ਨਾਲ ਸਮਝਣ ਦੀ ਲੋੜ ਹੈ। ਜਦੋਂ ਤਾਂ ਕਹਿੰਦੇ ਆ ਕਿ ਵਿਖਿਆ ਤਜੀ ਜੈ ਵਿਖਿਆ ਸਗਲੀ ਤਜੀ, ਤਾਂ ਉਦੋਂ ਕਹਿੰਦੇ ਆ ਕਹੋ ਨਾਨਕ ਸੁਣ ਰੇ ਮਨਾ ਤੈ ਨਰ ਮਾਥੇ ਭਾਗ। ਵਿਖਿਆ ਤਜਣ ਨਾਲ ਮਾਥੇ ਪਾ ਗਿਆ। ਜੈ ਮਾਇਆ ਮਮਤਾ ਤਜੀ, ਫਿਰ ਕਹਿੰਦੇ ਤੈ ਘਟ ਬ੍ਰਾਹਮਣ ਵਾਸ। ਜਦੋਂ ਕਹਿੰਦੇ ਹਉਮੈ ਤਜੀ ਕਰਤਾ ਰਾਮ ਪਛਾਣ, ਤੇ ਕਹਿੰਦੇ ਉਹ ਮੁਕਤ ਨਰ ਇਹ ਮਨ ਸੱਚੀ ਮਨ। ਕਹੋ ਨਾਨਕ ਉਹ ਮੁਕਤ ਨਰ, ਉਹ ਨਰ ਮੁਕਤ ਆ, ਉੱਥੇ ਉਹ ਮੁਕਤੀ ਨਾਲ ਸੁਣ। ਤੇ ਐਵੇਂ ਹੀ ਮਮਤਾ ਤਜੇ ਲੋਭ ਮੋਹ ਅਹੰਕਾਰ ਛੱਡੇ, ਫੇਰ ਹੈਗਾ ਆਪਨ ਤਰੇ ਔਰਨ ਲੈ ਤੋ ਦਾ। ਇਹ ਬਾਤਾਂ ਨੇ ਜਿਹੜੀਆਂ ਸਾਡੇ ਤੋਂ ਬਹੁਤ ਵਿਆਖਿਆਕਾਰਾਂ ਤੋਂ, ਵਿਦਵਾਨਾਂ ਤੋਂ ਬਹੁਤ ਮਿਹਨਤ ਮੰਗਦੀਆਂ, ਤੇ ਲੱਗਦਾ ਇਹ ਆ ਕਿ ਇਹ ਗੱਲਾਂ ਸਿੱਧੀਆਂ ਸਮਝ ਤਾਂ ਆ ਰਹੀਆਂ, ਇਹਨਾਂ ਦੀ ਵਿਆਖਿਆ ਦੀ ਸ਼ਾਇਦ ਲੋੜ ਨਹੀਂ ਹੈ। ਇਵੇਂ ਹੀ ਆ ਹੋਰ ਬਹੁਤ ਸਾਰੇ ਮਿਲਦੇ ਜੁਲਦੇ ਸ਼ਲੋਕ ਨੇ, ਜਿਵੇਂ 26 ਤੇ 31 ਆ ਮੈਂ ਦੇਖ ਰਿਹਾ ਸੀ। ਪ੍ਰਾਣੀ ਕਛੂ ਨਾ ਚੇਤਈ ਮਦ ਮਾਇਆ ਕੇ ਅੰਧ, ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ। ਮੈਂ ਦੁਬਾਰਾ ਪੜ੍ਹਦਾ, ਪ੍ਰਾਣੀ ਕਛੂ ਨਾ ਚੇਤਈ ਮਦ ਮਾਇਆ ਕੇ ਅੰਧ, ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ। ਦੂਜਾ 31 ਸ਼ਲੋਕ ਹੈਗਾ ਕਿ ਪ੍ਰਾਣੀ ਰਾਮ ਨਾ ਚੇਤਈ ਮਦ ਮਾਇਆ ਕੇ ਅੰਧ, ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ। ਪਹਿਲੇ ਦੇ ਵਿੱਚ ਹੈਗਾ ਬਿਨ ਹਰ ਭਜਨ, ਦੂਜੇ ਚ ਹੈਗਾ ਹਰ ਭਜਨ ਬਿਨ, ਇੰਨਾ ਹੀ ਫਰਕ ਹੈ ਸੈਕੰਡ ਹਾਫ ਦੇ ਵਿੱਚ। ਤੇ ਪਹਿਲੇ ਦੇ ਸ਼ਲੋਕ ਦਾ ਜਿਹੜੀ ਪਹਿਲੀ ਸਤਰ ਹੈ ਉਹ ਕਹਿੰਦੀ ਪ੍ਰਾਣੀ ਕਛੂ ਨਾ ਚੇਤਈ ਮਦ ਮਾਇਆ ਕੇ ਅੰਧ, ਤੇ 31 ਵਾਲੀ ਜਗ੍ਹਾ ਪ੍ਰਾਣੀ ਰਾਮ ਨਾ ਚੇਤਈ, ਉੱਥੇ ਕਛੂ ਨਾ ਚੇਤਈ, ਤੇ ਦੂਜੇ ਚ ਰਾਮ ਨਾ ਚੇਤਈ ਮਦ ਮਾਇਆ ਕੇ ਅੰਧ। ਮਦ ਮਾਇਆ ਕੇ ਅੰਧ ਦੋਨਾਂ ਚ ਸੇਮ, ਕਿ ਮਦ ਮਾਇਆ ਦੇ ਅੰਧ ਨਾਲ ਇੱਕ ਕਛੂ ਨਹੀਂ ਚੇਤਈ ਵੀ ਹੁੰਦਾ, ਤੇ ਰਾਮ ਨਾ ਚੇਤਈ ਵੀ ਹੁੰਦਾ। ਤੇ ਇਹ ਤਾਂ ਹੋ ਨਹੀਂ ਸਕਦਾ ਕਿ ਇੱਕੋ ਸ਼ਲੋਕ ਗਲਤੀ ਨਾਲ 2 ਵਾਰ ਚੜ ਗਿਆ, ਇਹ ਤਾਂ ਬਿਲਕੁਲ ਹੀ ਨਹੀਂ ਹੋ ਸਕਦਾ। ਤੇ ਇਹਨਾਂ ਦਾ ਮਿਲਦੇ ਜੁਲਦੇ ਸ਼ਲੋਕਾਂ ਦਾ ਇਸ ਤਰ੍ਹਾਂ ਹਾਜ਼ਰ ਹੋਣਾ ਸਾਡੇ ਲਈ ਕੀ ਸੰਕੇਤ ਲੈ ਕੇ ਆਉਂਦਾ?
ਇਹ ਬਾਤਾਂ ਘੱਟ ਹੋਈਆਂ ਸਮੁੱਚੀ ਬਾਣੀ ਦੇ ਸੰਦਰਭ ਵਿੱਚ। ਤੇ ਜਾਂ ਇੱਕ ਹੋਰ ਮੈਨੂੰ ਇੰਪੋਰਟੈਂਟ ਗੱਲ ਲੱਗਦੀ ਹੁੰਦੀ ਆ ਕਿ ਜੇ ਅਸੀਂ ਕਹਿੰਦੇ ਹਾਂ ਕਿ ਇੱਕ ਸੂਤਰ ਵਿੱਚ, ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਸਬਜੈਕਟਿਵਿਟੀ ਦੀ, ਸਬਜੈਕਟਿਵਿਟੀ ਲਈ ਸਾਡੇ ਅੱਜ ਕੱਲ੍ਹ ਦੇ ਜਿਹੜੇ ਵਿਦਵਾਨ ਐਕੈਡੈਮਿਕਸ ਦੇ ਵਿੱਚ ਆ, ਉਹਦੇ ਲਈ ਸ਼ਬਦ ਸ਼ਾਇਦ ਪੈਰਾਡਾਈਮ ਸ਼ਬਦ, ਕਿ ਸਮੁੱਚੀ ਬਾਣੀ ਦੇ ਪੈਰਾਡਾਈਮ 'ਚ ਉਹਨੂੰ ਸਮਝਣਾ ਚਾਹੀਦਾ। ਤੇ ਗੁਰਮੁਖ ਸਿੰਘ ਹੁਣੀ ਸ਼ਾਇਦ ਕਹਿ ਰਹੇ ਸੀ ਕਿ ਆਪਣੀ ਸਬਜੈਕਟਿਵਿਟੀ ਰੱਖ ਕੇ ਕਿਵੇਂ ਕਰੇ। ਮੇਰਾ ਖਿਆਲ ਡਾਕਟਰ ਸਾਹਿਬ ਦਾ ਮਤਲਬ ਸੀ ਸਬਜੈਕਟਿਵਿਟੀ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ, ਉਹਦੇ ਵਿੱਚ ਉਹ ਤੋਂ ਵੱਖਰਿਆ ਕਰਕੇ ਨਾ ਮੈਨੂੰ ਇਦਾਂ ਸਮਝ ਆਇਆ ਸੀ ਕਿ ਉਸ ਸਬਜੈਕਟਿਵਿਟੀ 'ਚ ਰੱਖਣਾ ਤੇ ਬਹੁਤ ਜ਼ਰੂਰੀ ਆ ਕਿ ਅਸੀਂ ਗੁਰੂ ਤੇਗ ਬਹਾਦਰ ਦਾ ਬਾਕੀ ਬਾਣੀਕਾਰਾਂ ਦੀ ਬਾਣੀ ਨਾਲ ਬਹੁਤ ਥਾਂ ਹੀ ਸੰਵਾਦ ਆ, ਉਹਨੂੰ ਆਇਡੈਂਟੀਫਾਈ ਕਰਕੇ ਕੁਝ ਗੱਲਾਂ ਵੀ ਦੇਖੀਏ ਜਾਂ ਕਰੀਏ। ਉਹ ਤੋਂ ਕਈ ਵਾਰੀ ਸਾਨੂੰ ਇਹ ਵੀ ਲੱਗਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪੂਰਬਲੇ ਬਾਣੀਕਾਰਾਂ ਦੀਆਂ ਬਾਤਾਂ ਨੂੰ ਇੰਟਰਪ੍ਰੀਟ ਵੀ ਕਰਦੇ ਆ, ਉਹਦੀ ਵਿਆਖਿਆ ਵੀ ਕਰਦੇ ਆ। ਜਿਵੇਂ ਇਹ ਗੱਲ ਤਾਂ ਹੁਣੇ ਹੀ ਮੈਨੂੰ ਵਧੀਆ ਲੱਗੀ ਸੁਣਨੀ ਕਿ ਨਿਰਭਉ ਨਿਰਵੈਰ ਦੀ ਵਿਆਖਿਆ ਹੀ ਆ ਕਿ ਭੈ ਕਾਹੂ ਕੋ ਦੇਤ ਨੇ ਭੈ ਮਾਨਤ ਨਾ। ਤੇ ਅਸੀਂ ਇਹਨੂੰ ਉਹ ਤੋਂ ਵੱਖਰਾ ਕਰਕੇ ਦੇਖਣ ਦੀ ਬਜਾਏ ਜਿੱਥੋਂ ਬਿਲਕੁਲ ਗੱਲ ਸ਼ੁਰੂ ਹੋਈ ਆ, ਪਹਿਲੇ ਨਾਨਕ ਤੋਂ ਸ਼ੁਰੂ ਹੋਈ ਆ, ਨੌਵੇਂ ਨਾਨਕ ਤੱਕ ਉਹ ਇਸ ਤਰ੍ਹਾਂ ਹੀ ਚੱਲਦੀ ਆ। ਤੇ ਇਸ ਤਰ੍ਹਾਂ ਹੀ ਅਸੀਂ ਬਹੁਤ, ਜਿਵੇਂ ਕਬੀਰ ਸਾਹਿਬ ਦੀ ਬਾਣੀ ਨਾਲ ਸੰਵਾਦ ਅਸੀਂ ਦੇਖ ਸਕਦੇ ਹਾਂ, ਜਦੋਂ ਕਹਿੰਦੇ ਕਿ ਹਰੀ ਦਾ ਜਨ ਉਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਜਾਂ ਹੁੰਦਾ ਆ ਜਿਸ ਤਰ੍ਹਾਂ ਦਾ ਹਰੀ ਹੁੰਦਾ। ਇਹ ਕਬੀਰ ਸਾਹਿਬ ਦੀ ਕਹੀ ਹੋਈ ਬਾਤ ਆ, ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਵੀ ਇਹ ਪੜ੍ਹਦੇ ਹਾਂ। ਤੇ ਏਦਾਂ ਹੀ ਦੂਜੇ ਭਗਤਾਂ ਦੀਆਂ ਬਾਣੀਆਂ ਨਾਲ ਵੀ ਅਸੀਂ ਦੇਖ ਸਕਦੇ ਹਾਂ, ਕਿਉਂਕਿ ਮੇਰਾ ਥੋੜਾ ਉਧਰ ਦਿਲਚਸਪੀ ਆ। ਰਵਿਦਾਸ ਮਹਾਰਾਜ ਦੀ ਬਾਣੀ ਨਾਲ ਵੀ ਅਸੀਂ ਦੇਖ ਸਕਦੇ ਹਾਂ, ਜੋ ਭੂਤ ਭੂਤ ਕਹਿ ਭਾਗੀ ਵਾਲੇ ਸ਼ਬਦ ਨਾਲ ਵੀ ਅਸੀਂ ਉਹਨਾਂ ਦਾ ਸੰਵਾਦ ਦੇਖ ਸਕਦੇ ਹਾਂ। ਤੇ ਜੇ ਇਹਨਾਂ ਸੰਵਾਦਾਂ ਦੇ ਕੀ ਮਤਲਬ ਹੈ, ਇਸ ਜਿਹੜੀ ਗੱਲ ਹੋ ਚੁੱਕੀ ਆ ਉਹਨੂੰ ਥੋੜੇ ਜਿਹੇ ਫਰਕ ਨਾਲ ਕਰਨ ਵਿੱਚ ਕੀ ਫਰਕ ਆਉਂਦਾ, ਉਹ ਗੱਲ ਕਿਵੇਂ ਵੱਧਦੀ ਆ, ਕਿਵੇਂ ਗਹਿਰੀ ਹੁੰਦੀ ਆ ਅਗਲੇ ਬਾਣੀਕਾਰਾਂ ਤੱਕ ਜਾ ਕੇ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਆਖਰੀ ਬਾਣੀਕਾਰ, ਤੇ ਉਹਨਾਂ ਤੱਕ ਉਹ ਗੱਲ ਨੂੰ ਕਿਉਂ ਦੁਹਰਾਉਂਦੇ ਆ। ਜੇ ਵਿਆਖਿਆ ਕੀ ਲੱਗਦੀ ਹੈ ਕਿ ਉਹਨੇ ਵਿਆਖਿਆ ਕੀਤੀ ਆ, ਤਾਂ ਉਸ ਵਿਆਖਿਆ 'ਚ ਕਿਹੜੀ ਗੱਲ ਉਹ ਅੰਡਰਲਾਈਨ ਕਰਦੇ ਆ। ਇਹ ਨਵੀਂ ਵਿਆਖਿਆ ਕਰਨ ਲਈ ਗੁਰਮਤਿ ਦੇ ਵਿਦਵਾਨਾਂ ਲਈ ਮੇਰਾ ਖਿਆਲ ਮਹੱਤਵਪੂਰਨ ਬਣ ਜਾਂਦੀ ਹੈ, ਤੇ ਉਹ ਕੀਤੀਆਂ ਜਾਣੀਆਂ ਚਾਹੀਦੀਆਂ। ਦੂਜਾ, ਇੱਕ ਡਾਕਟਰ ਸਾਹਿਬ ਜਿਵੇਂ ਕਹਿੰਦੇ ਕਿ ਇੱਕ ਸੂਤਰ ਆ ਬਾਣੀ, ਇੱਕ ਸੂਤਰ ਕਿ, ਤੇ ਉਹ ਜਾਂ ਉਹਨਾਂ ਨੇ ਕਿਹਾ ਕਿ ਸਬਜੈਕਟਿਵਿਟੀ 'ਚ ਦੇਖਣਾ ਚਾਹੀਦਾ। ਪਰ ਉਹਦੇ ਨਾਲ ਸਾਨੂੰ ਇੱਕ ਗੱਲ ਜ਼ਰੂਰ ਮੇਰਾ ਖਿਆਲ ਧਿਆਨ 'ਚ ਰੱਖਣੀ ਚਾਹੀਦੀ ਹੈ, ਜੋ ਮੈਨੂੰ ਲੱਗਦਾ, ਮੈਂ ਵੈਸੇ ਹਰੇਕ ਗੱਲ ਨੂੰ ਏਦਾਂ ਹੀ ਕਹਿਣਾ ਚਾਹੁੰਦਾ ਕਿ ਜੋ ਵੀ ਮੈਂ ਕਹਿ ਰਿਹਾ ਮੈਨੂੰ ਲੱਗਦਾ ਆ, ਉਹ ਜ਼ਰੂਰੀ ਨਹੀਂ ਸਹੀ ਹੋਵੇ ਜਾਂ ਸੱਚਾ ਹੋਵੇ, ਮੈਨੂੰ ਏਦਾਂ ਲੱਗਦਾ। ਮੈਨੂੰ ਏਦਾਂ ਵੀ ਲੱਗਦਾ ਕਿ ਗੁਰੂ ਸਾਹਿਬ ਨੇ ਇੱਕ ਸੂਤਰ ਬਣਾਉਣ ਦੀ ਬਜਾਏ ਉਹਨੂੰ ਇੱਕ ਸੰਵਾਦ ਦਾ ਧਰਾਤਲ ਪੈਦਾ ਕੀਤਾ, ਤੇ ਉਹਦੇ ਵਿੱਚ ਅਸੀਂ ਬਹੁਤ ਸੰਵਾਦ ਦੇਖ ਸਕਦੇ ਹਾਂ। ਕਿਤੇ ਕਿਤੇ ਜਾਂ ਕਹ ਲਓ ਅਸਹਿਮਤੀਆਂ ਵਾਲੀਆਂ ਗੱਲਾਂ ਵੀ ਹੈਗੀਆਂ, ਜਿਵੇਂ ਬਹੁਤੀਆਂ ਤਾਂ ਸਪਸ਼ਟ ਅਸਹਿਮਤੀਆਂ, ਜਿਵੇਂ ਬਾਬਾ ਫਰੀਦ ਦੇ ਸ਼ਲੋਕਾਂ ਵਿੱਚ ਹੀ ਆ, ਉਹਦੇ ਵਿੱਚ ਗੁਰੂ ਨਾਨਕ ਮਹਾਰਾਜ ਦੇ ਸ਼ਲੋਕ ਵੀ ਆ ਜਿੱਥੇ ਉਹਨਾਂ ਦੀ ਸਹਿਮਤੀ ਇੱਦਾਂ ਦੀ ਆ ਕਿ ਫਿਰ ਉਹਨੂੰ ਵਿਖਿਆਉਂਦੇ ਆ, ਤੇ ਉਹਨੂੰ ਇੰਟਰਪ੍ਰੀਟ ਕਰਦੇ ਆ, ਤੀਜੇ ਭਾਸ਼ਾ ਵੀ ਕਰਦੇ ਆ, ਗੁਰੂ ਅਰਜਨ ਮਹਾਰਾਜ ਵੀ ਕਰਦੇ ਆ। ਇੱਥੇ ਤਾਂ ਸਿੱਧੀ ਦੀਦੀ ਆ, ਬਹੁਤ ਸਹੀ ਹੋਰ ਤਾਂ ਵੀ ਹੈਗੀ ਆ ਕਿ ਇਹਨੂੰ ਇੱਕ ਸੰਵਾਦ ਦੀ ਸਪੇਸ ਆ। ਤੇ ਅਸੀਂ ਜਦੋਂ ਕਹਿ ਦਿੰਦੇ ਹਾਂ ਕਿ ਇਹਨੂੰ ਏਦਾਂ ਹੀ ਕਰਕੇ ਮੰਨੋ, ਤੇ ਪਹਿਲਾਂ ਤੁਸੀਂ ਸ਼ਰਧਾ ਪੈਦਾ ਕਰੋ, ਫਿਰ ਤੁਹਾਨੂੰ ਸਹੀ ਗੱਲ ਸਮਝ ਆਊ, ਇਹ ਜ਼ਰੂਰੀ ਨਹੀਂ ਹੈ। ਜਿਹਨੂੰ ਨਹੀਂ ਵੀ ਸ਼ਰਧਾ ਉਹ ਵੀ ਇਹ 'ਚੋਂ ਰੋਸ਼ਨੀ ਲੈ ਸਕਦਾ, ਤੇ ਜਿਹੜਾ ਪੂਰੀ ਗੱਲ ਨਾਲ ਸਹਿਮਤ ਨਹੀਂ, ਅੱਧੀ ਨਾਲ ਵੀ ਆ, ਤਾਂ ਕੋਈ ਹਰਜ਼ ਨਹੀਂ ਜੇ ਉਹਦੇ ਲਈ ਉਨੀ ਉਪਯੋਗਤਾ ਬਣਦੀ ਆ ਤਾਂ ਬਣਨੀ ਚਾਹੀਦੀ ਆ। ਤੇ ਇਹਨੂੰ ਜੇ ਅਸੀਂ ਸੰਵਾਦ ਦੀ ਸਪੇਸ ਦੇ ਤੌਰ ਤੇ ਦੇਖਦੇ ਹਾਂ, ਤੇ ਫਿਰ ਮੇਰਾ ਖਿਆਲ ਉਪਯੋਗਤਾ ਵੱਧਦੀ ਆ, ਤੇ ਉਹਦੇ ਨਾਲ ਮੁਹੱਬਤ ਵੀ ਵੱਧਦੀ ਆ। ਤੇ ਜੇ ਅਸੀਂ ਸ਼ਰਤਾਂ ਲਾ ਕੇ ਕਹੀਏ ਵੀ ਇਸ ਸ਼ਰਤ ਨਾਲ ਤੁਸੀਂ ਇਹਦੇ ਵਿੱਚ ਆਓ, ਤੇ ਫਿਰ ਮੇਰੇ ਖਿਆਲ ਅਸੀਂ ਜੋੜਦੇ ਘਾਟਿਆਂ ਨਾਲੋਂ ਤੋੜਨ ਦੇ ਕੰਮ 'ਚ ਜ਼ਿਆਦਾ ਪੈ ਜਾਵਾਂਗੇ ਜਾਂ ਪੈ ਜਾਂਦੇ ਹਾਂ। ਤੇ ਦੂਜਾ, ਜਦੋਂ ਅਸੀਂ ਇਹ ਬੈਸਟ ਕਹਿੰਦੇ ਕਿ ਇਹਨੂੰ ਰਾਜਸੀ ਰਿਐਕਸ਼ਨ ਦੇ ਤੌਰ ਤੇ ਨਾ, ਜਾਂ ਇਹਨੂੰ ਕਾਲ ਵਿੱਚ ਨਾ ਦੇਖੋ, ਤਾਂ ਮੇਰਾ ਖਿਆਲ ਹੈ ਕਿ ਉਹਨੂੰ ਸਮਝਣ ਲਈ ਅਸੀਂ
ਉਸ ਕਾਲ ਨੂੰ ਸਮਝ ਲਈਏ ਤਾਂ ਕੋਈ ਹਰਜ ਨਹੀਂ ਹੁੰਦਾ। ਤੇ ਕਰਨ ਵਾਲਾ ਕੰਮ ਇਹ ਆ ਕਿ ਉਹਨੂੰ ਅਸੀਂ ਵਿਸਥਾਰੀਏ ਜਾਂ ਉਹਦੀ ਵਿਆਖਿਆ ਅਕਾਲ ਤੱਕ ਜ਼ਰੂਰ ਕਰੀਏ। ਤੇ ਜਾਂ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਅਸੀਂ ਜਦੋਂ ਇਹਦੇ ਸੰਵਾਦ ਵਿੱਚ ਪੈਂਦੇ ਹਾਂ, ਅਸੀਂ ਇਦਾਂ ਪਈਏ ਕਿ ਸਾਡੀ ਸਮਝ ਵਧੇ। ਤੇ ਬਹੁਤੀ ਵਾਰੀ ਅਸੀਂ ਕਰ ਹੀ ਜਾਂਦੇ ਹਾਂ ਕਿ ਅਸੀਂ ਸਮਝ ਵਧਾਉਣ ਦੀ ਬਜਾਏ ਸਮਝ ਦਿਖਾਉਣ ਜ਼ਿਆਦਾ ਲੱਗ ਜਾਂਦੇ ਹਾਂ। ਕਿ ਮੇਰਾ ਖਿਆਲ ਕਿ ਸਾਡਾ ਦੇਸ਼ ਤਾਂ ਇਹ ਹੋਵੇ ਕਿ ਅਸੀਂ ਆਪਣੀ ਗੱਲਬਾਤ 'ਚ ਇਸ ਤਰ੍ਹਾਂ ਉਤਰੀਏ, ਚਾਹੇ ਉਹ ਗੁਰਬਾਣੀ ਬਾਰੇ ਹੋਵੇ, ਕਿ ਸਾਡੀ ਸਮਝ ਵੀ ਵਧੇ ਤੇ ਅਸੀਂ ਦੂਜਿਆਂ ਦੀ ਸਮਝ ਵਧਾ ਸਕਦੇ ਹੋਈਏ। ਤੇ ਬਹੁਤੀ ਵਾਰੀ ਅਸੀਂ ਕਰ ਜਾਂਦੇ ਹਾਂ ਕਿ ਅਸੀਂ ਸਮਝ ਆਉਣ ਨਾਲੋਂ ਸਮਝ ਹੋਣ ਦੇ ਦਾਅਵੇ 'ਚ ਪੈ ਜਾਂਦੇ ਹਾਂ। ਉਹ ਜਦੋਂ ਅਸੀਂ ਵਕੀਲ ਬਣਦੇ ਹਾਂ ਗੁਰੂ ਦੇ ਪਿਆਰੇ ਬਣਨ ਦੀ ਬਜਾਏ, ਉਦੋਂ ਸ਼ਾਇਦ ਥੋੜ੍ਹੀ ਗੜਬੜ ਹੋ ਜਾਂਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।